ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਰਾਜਪਾਲ ਦੇ ਭਾਸ਼ਣ ਬਾਰੇ ਤੇ ਉਸ ਭਾਸ਼ਣ ਦੇ ਨਾਲ ਕਿੱਥੇ ਸਿਆਸਤ ਹੋਈ ਹੈ ਜਾਂ ਕਿੱਥੇ ਕੀ ਕੁੜੱਤਣ ਦੇਖਣ ਨੂੰ ਮਿਲੀ ਹੈ। ਇਹਨਾਂ ਸਾਰੇ ਮੁੱਦਿਆਂ ਬਾਰੇ ਜਿਹੜਾ ਹੈਗਾ ਵਿਚਾਰ ਚਰਚਾ ਕਰਾਂਗੇ। ਜਿਵੇਂ ਕਿ ਦੋਸਤੋ ਪਿਛਲੇ ਲੰਬੇ ਸਮੇਂ ਤੋਂ ਇੱਕ ਚੀਜ਼ ਦੇਖਦੇ ਆ ਰਹੇ ਹਾਂ ਕਿ ਜਿਸ ਦਿਨ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਕੁਝ ਸਮਾਂ ਬਾਅਦ ਹੀ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵਿਚਕਾਰ ਇੱਕ ਠੰਡੀ ਜੰਗ ਜਿਹੜੀ ਹੈਗੀ ਆ ਸ਼ੁਰੂ ਹੋ ਗਈ ਸੀ। ਦੋਵਾਂ ਦੇ ਵਿਚਕਾਰ ਇੱਕ ਆਪਸੀ ਜਿਹੜਾ ਤਕਰਾਰ ਦਾ ਮਾਹੌਲ ਬਣਿਆ ਹੋਇਆ, ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲਗਾਤਾਰ ਜਿੱਥੇ ਰਾਜਪਾਲ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੇ ਨੇ, ਮੁੱਖ ਮੰਤਰੀ ਨੂੰ ਨਿਸ਼ਾਨੇ 'ਤੇ ਲੈ ਰਹੇ ਨੇ, ਤਾਂ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੀ ਇਹੀ ਦਾਅਵਾ ਕਰ ਰਹੇ ਨੇ ਵੀ ਕਿ ਉਹ ਕਿਸੇ ਵੀ ਗੱਲ ਨੂੰ ਲੈ ਕੇ ਰਾਜਪਾਲ ਨੂੰ ਜਵਾਬਦੇਹ ਨਹੀਂ ਹਨ। ਉਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬਦੇਹ ਨੇ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ, ਇਸ ਲਈ ਉਹ ਰਾਜਪਾਲ ਨੂੰ ਕਿਸੇ ਵੀ ਗੱਲ 'ਤੇ ਜਵਾਬਦੇਹ ਨਹੀਂ ਹੈਗੇ ਨੇ। ਅਤੇ ਇਹਨਾਂ ਵਿਵਾਦਾਂ ਦੇ ਵਿੱਚ ਹੀ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਜਿਹੜਾ ਕੱਲ੍ਹ 3 ਮਾਰਚ ਤੋਂ ਸ਼ੁਰੂ ਹੋਇਆ ਅਤੇ ਸਭ ਨੂੰ ਆਸ ਸੀਗੀ ਵੀ ਕਿ ਇਸ 3 ਮਾਰਚ ਤੋਂ ਜਿਹੜਾ ਬਜਟ ਸੈਸ਼ਨ ਸ਼ੁਰੂ ਹੋਇਆ, ਕਿਤੇ ਨਾ ਕਿਤੇ ਬਜਟ ਸੈਸ਼ਨ ਦੇ ਵਿੱਚ ਵੀ ਰਾਜਪਾਲ ਅਤੇ ਪੰਜਾਬ ਸਰਕਾਰ ਵਿਚਕਾਰ ਜਿਹੜੀ ਕੁੜੱਤਣ ਹੈ ਉਹ ਦੇਖਣ ਨੂੰ ਮਿਲੇਗੀ। ਅਤੇ ਉਹ ਕੁੜੱਤਣ ਦੇਖਣ ਨੂੰ ਵੀ ਮਿਲੀ ਹੈ, ਭਾਵੇਂ ਉਹ ਕੁੜੱਤਣ ਕੋਈ ਵੱਡਾ ਰੂਪ ਨਹੀਂ ਧਾਰ ਸਕੀ, ਕੋਈ ਵੱਡਾ ਵਿਵਾਦ ਨਹੀਂ ਖੜਾ ਹੋਇਆ, ਪਰ ਇਹ ਕੁੜੱਤਣ ਜਿਹੜੀ ਹੈਗੀ ਹੈ ਸਪਸ਼ਟ ਤੌਰ 'ਤੇ ਦੇਖਣ ਨੂੰ ਮਿਲੀ ਹੈ। ਕਿਉਂਕਿ ਜਿਵੇਂ ਕਿ ਥੋੜ੍ਹਾ ਜਿਹਾ ਪਿੱਛੇ ਨਜ਼ਰ ਮਾਰੀਏ ਤਾਂ ਪੰਜਾਬ ਕੈਬਨਿਟ ਵੱਲੋਂ 21 ਫਰਵਰੀ ਨੂੰ ਮੀਟਿੰਗ ਕਰਕੇ 3 ਮਾਰਚ ਤੋਂ 24 ਮਾਰਚ ਤੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਸੱਦਣ ਦੀ ਪ੍ਰਵਾਨਗੀ ਦਿੱਤੀ ਸੀ। ਉਹਨਾਂ ਨੇ ਸਿਫਾਰਿਸ਼ ਕੀਤੀ ਸੀ ਵੀ ਕਿ 3 ਮਾਰਚ ਤੋਂ 24 ਮਾਰਚ ਤੱਕ ਅਸੀਂ ਬਜਟ ਸੈਸ਼ਨ ਸੱਦਣਾ ਅਤੇ 10 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਦੀ ਸਿਫਾਰਿਸ਼ ਕਰਕੇ ਪੰਜਾਬ ਕੈਬਨਿਟ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਭੇਜੀ ਗਈ ਅਤੇ ਪੰਜਾਬ ਦੇ ਰਾਜਪਾਲ ਨੇ ਜਿਹੜਾ ਹੈਗਾ 23 ਫਰਵਰੀ ਨੂੰ ਇੱਕ ਪੱਤਰ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ 5 ਨੁਕਾਤੀ ਜਿਹੜਾ ਹੈਗਾ ਗੱਲਾਂ ਚੁੱਕੀਆਂ ਵੀ ਕਿ ਮੈਂ ਤੁਹਾਡੇ ਵੱਲ ਪੰਜਾਬ ਸਰਕਾਰ ਤੋਂ ਜਿਹੜਾ ਹੈਗਾ, ਚਾਹੇ ਉਹ ਸਿੰਗਾਪੁਰ ਦੇ ਅਧਿਆਪਕ ਜਿਹੜੇ ਭੇਜੇ ਨੇ ਉਹਨਾਂ ਦੀ ਚੋਣ ਕਰਨ ਦਾ ਮਸਲਾ ਹੋਵੇ ਜਾਂ ਹੋਰ ਇਸੇ ਤਰ੍ਹਾਂ 4 ਮੁੱਦੇ ਹੋਰ ਨੇ, ਵੀ ਕਿ ਇਹਨਾਂ ਬਾਰੇ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਵੀ ਕਿ ਇਹਨਾਂ ਦੀ ਚੋਣ ਕਿਵੇਂ ਕੀਤੀ ਗਈ ਹੈ ਅਤੇ ਹੋਰ ਜਿਹੜੇ ਵੱਖ-ਵੱਖ ਚੀਜ਼ਾਂ ਪੁੱਛੀਆਂ ਗਈਆਂ, ਤੁਸੀਂ ਉਹਨਾਂ ਦਾ ਜਵਾਬ ਨਹੀਂ ਦਿੱਤਾ। ਇਸ ਲਈ ਮੈਂ ਕਾਨੂੰਨੀ ਰਾਏ ਲੈਣ ਤੋਂ ਬਾਅਦ ਹੀ ਸੈਸ਼ਨ ਦੀ ਪ੍ਰਵਾਨਗੀ ਦੇਵਾਂਗਾ, ਉਸ ਬਾਰੇ ਵਿਚਾਰ ਕਰਾਂਗਾ। ਇਹ ਗੱਲ 23 ਫਰਵਰੀ ਨੂੰ ਜਿਹੜੀ ਹੈਗੀ ਹੈ ਨਿਕਲ ਕੇ ਸਾਹਮਣੇ ਆਈ। ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਰਾਜਪਾਲ ਅਤੇ ਪੰਜਾਬ ਸਰਕਾਰ 'ਚ ਵਿਵਾਦ ਸ਼ੁਰੂ ਹੋਇਆ। ਆਖਿਰਕਾਰ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਗਈ ਅਤੇ ਸੁਪਰੀਮ ਕੋਰਟ ਨੇ ਜਾਣ ਦੇ ਨਾਲ ਹੀ ਜਿਹੜਾ ਹੈਗਾ ਉੱਥੇ ਸੁਪਰੀਮ ਕੋਰਟ ਵੱਲੋਂ ਟਿੱਪਣੀ ਵੀ ਕੀਤੀ ਗਈ। ਉਹਨਾਂ ਨੇ ਸਪਸ਼ਟ ਤੌਰ 'ਤੇ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਦੋਵੇਂ ਧਿਰਾਂ ਨੂੰ ਕਿਹਾ, ਜਿੱਥੇ ਉਹਨਾਂ ਨੇ ਰਾਜਪਾਲ ਨੂੰ ਕਿਹਾ ਵੀ ਕਿ ਤੁਸੀਂ ਸੰਵਿਧਾਨ ਦੀ ਧਾਰਾ 174/1 ਦੇ ਅਨੁਸਾਰ ਰਾਜਪਾਲ ਜਿਹੜੇ ਨੇ ਉਹ ਜਿਹੜਾ ਇਹ ਬਜਟ ਇਜਲਾਸ ਹੈ ਜਾਂ ਕੋਈ ਵੀ ਵਿਧਾਨ ਸਭਾ ਸੈਸ਼ਨ ਹੈ ਉਸ ਨੂੰ ਸੱਦਣ ਦੀ ਜ਼ਿੰਮੇਵਾਰੀ ਰਾਜਪਾਲ ਦੀ ਬਣਦੀ ਹੈ ਅਤੇ ਉਹ ਉਸ ਤੋਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਉਹ ਜਿਹੜਾ ਹੈਗਾ ਸੰਵਿਧਾਨ ਦੀ ਧਾਰਾ 168 ਅਨੁਸਾਰ ਰਾਜਪਾਲ ਵਿਧਾਨ ਸਭਾ ਦਾ ਹਿੱਸਾ ਨੇ, ਇਸ ਲਈ ਉਹਨਾਂ ਨੂੰ ਇਹ ਪ੍ਰਵਾਨਗੀ ਦੇਣੀ ਪਵੇਗੀ ਅਤੇ ਉਸ ਦੇ ਨਾਲ ਹੀ ਰਾਜਪਾਲ ਨੇ ਪ੍ਰਵਾਨਗੀ ਵੀ ਦੇ ਦਿੱਤੀ। ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਸੁਪਰੀਮ ਕੋਰਟ ਵੱਲੋਂ ਜਿਹੜਾ ਹੈਗਾ ਉੱਥੇ ਪੰਜਾਬ ਸਰਕਾਰ ਨੂੰ ਵੀ ਕਿਹਾ ਗਿਆ ਵੀ ਕਿ ਜੋ ਸੰਵਿਧਾਨਕ ਤੌਰ 'ਤੇ ਸੂਬੇ ਦੇ ਮੁਖੀ ਰਾਜਪਾਲ ਮੰਨੇ ਜਾਂਦੇ ਨੇ, ਤਾਂ ਇਸ ਲਈ ਜਿਹੜਾ ਹੈਗਾ ਰਾਜਪਾਲ ਵੱਲੋਂ ਤੁਹਾਡੇ ਤੋਂ ਕੋਈ ਵੀ ਜਾਣਕਾਰੀ ਮੰਗੀ ਜਾਂਦੀ ਹੈ, ਕੁਝ ਵੀ ਮੰਗਿਆ ਜਾਂਦਾ ਤਾਂ ਉਹ ਮੁਹੱਈਆ ਕਰਵਾਉਣਾ, ਉਹ ਦੇਣਾ ਵੀ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਜਿਹੜੀ ਸੁਪਰੀਮ ਕੋਰਟ ਨੇ ਟਿੱਪਣੀ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇੱਕ ਇਹ ਵੀ ਕਿਹਾ ਵੀ ਕਿ ਜਿਹੜੇ ਚਾਹੇ ਮੁੱਖ ਮੰਤਰੀ ਨੇ, ਚਾਹੇ ਪੰਜਾਬ ਦੇ ਕੈਬਨਿਟ ਮੰਤਰੀ ਨੇ, ਵਿਧਾਇਕ ਨੇ, ਸਾਡੇ ਰਾਜਪਾਲ ਨੇ, ਵੀ ਕਿ ਇਹ ਸਾਰੇ ਸੰਵਿਧਾਨਕ ਅਹੁਦੇ ਨੇ, ਸੰਵਿਧਾਨ 'ਚ ਬਣਾਏ ਹੋਏ ਅਹੁਦੇ ਨੇ, ਇਸ ਲਈ ਇਹਨਾਂ ਅਹੁਦਿਆਂ 'ਤੇ ਬੈਠੇ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਸੰਵਿਧਾਨ ਅਨੁਸਾਰ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਕਰਨਾ ਚਾਹੀਦਾ ਅਤੇ ਉਸੇ ਤਹਿਤ ਜਿੱਥੇ ਵਿਧਾਨ ਸਭਾ ਦੇ ਸੈਸ਼ਨ ਦੀ ਪ੍ਰਵਾਨਗੀ ਜਿਹੜਾ ਹੈਗਾ ਰਾਜਪਾਲ ਵੱਲੋਂ ਦਿੱਤੀ ਗਈ ਅਤੇ ਸਭ ਨੂੰ ਆਸ ਸੀਗੀ ਵੀ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਪਹਿਲੇ ਦਿਨ ਜਦੋਂ ਰਾਜਪਾਲ ਭਾਸ਼ਣ ਹੁੰਦਾ, ਗਵਰਨਰ ਸਪੀਚ ਹੁੰਦੀ ਹੈ, ਤਾਂ ਉਸ 'ਚ ਕਿਤੇ ਨਾ ਕਿਤੇ ਪੰਜਾਬ ਦੇ ਰਾਜਪਾਲ ਜਿਹੜਾ ਕੋਈ ਨਾ ਕੋਈ ਤਲਖੀ ਦਿਖਾ ਸਕਦੇ ਨੇ, ਕੁਝ ਨਾ ਕੁਝ ਜਿਹੜਾ ਹੈਗਾ ਉਸ 'ਚ ਛੇੜਖਾਨੀ ਕਰ ਸਕਦੇ ਨੇ, ਸ਼ਾਇਦ ਉਹ ਭਾਸ਼ਣ ਨਾਲ ਸਹਿਮਤ ਨਾ ਹੋਣ, ਪਰ ਰਾਜਪਾਲ ਵੱਲੋਂ
ਪੰਜਾਬ ਕੈਬਨਿਟ ਵੱਲੋਂ ਜਿਹੜਾ ਅਪਰੂਵ ਕੀਤਾ ਹੋਇਆ ਭਾਸ਼ਣ ਸੀਗਾ ਉਹ ਪੜ੍ਹਿਆ ਗਿਆ। ਪਰ ਉੱਥੇ ਰੌਲਾ ਇਸ ਥਾਂ ਤੇ ਪੈ ਗਿਆ, ਜਦੋਂ ਰਾਜਪਾਲ ਨੇ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਤਾਂ ਉਹਨਾਂ ਵੱਲੋਂ ਸੰਬੋਧਨ ਕੀਤਾ ਗਿਆ ਪੰਜਾਬ ਸਰਕਾਰ ਨੂੰ ਮੇਰੀ ਸਰਕਾਰ। ਤਾਂ ਉੱਥੇ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਵਾਲ ਚੁੱਕਿਆ ਗਿਆ। ਉਹਨਾਂ ਨੇ ਵਿਰੋਧ ਜ਼ਾਹਰ ਕੀਤਾ ਵੀ ਕਿ ਜਿਹੜੀ ਸਰਕਾਰ ਤੁਹਾਨੂੰ ਰਾਜਪਾਲ ਮੰਨਣ ਨੂੰ ਤਿਆਰ ਨਹੀਂ ਹੈ, ਤੁਹਾਡੀ ਜਿਹੜੀ ਇੱਜ਼ਤ ਕਰਨ ਨੂੰ ਤਿਆਰ ਨਹੀਂ ਹੈ, ਤਾਂ ਉਸ ਸਰਕਾਰ ਨੂੰ ਤੁਸੀਂ ਮੇਰੀ ਸਰਕਾਰ ਕਿਵੇਂ ਕਹਿ ਸਕਦੇ ਹੋ? ਤੁਹਾਨੂੰ ਉਸ ਸਰਕਾਰ ਨੂੰ ਮੇਰੀ ਸਰਕਾਰ ਨਹੀਂ ਕਹਿਣਾ ਚਾਹੀਦਾ। ਦੋਸਤੋ, ਇੱਕ ਕੜੱਤਨ ਸਪਸ਼ਟ ਤੌਰ ਤੇ ਇੱਥੇ ਹੀ ਦੇਖਣ ਨੂੰ ਮਿਲੀ ਵੀ ਕਿ ਜਿਵੇਂ ਹੀ ਵਿਰੋਧੀ ਧਿਰ ਦੇ ਆਗੂ ਵੱਲੋਂ ਜਿਹੜਾ ਹੈਗਾ ਇਸ ਗੱਲ ਦਾ ਵਿਰੋਧ ਕੀਤਾ ਗਿਆ, ਤਾਂ ਉਸ ਦੇ ਨਾਲ ਹੀ ਜਿਹੜਾ ਹੈਗਾ ਪੰਜਾਬ ਦੇ ਰਾਜਪਾਲ ਨੇ ਉੱਥੇ ਸਪਸ਼ਟ ਤੌਰ ਤੇ ਨਾਲ ਹੀ ਕਿਹਾ ਵੀ ਕਿ ਠੀਕ ਹੈ, ਉਹ ਮੇਰੀ ਸਰਕਾਰ ਦੀ ਥਾਂ ਤੇ ਕੱਲਾ ਸਰਕਾਰ ਸ਼ਬਦ ਦੀ ਵਰਤੋਂ ਕਰਨਗੇ। ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਰੋਧ ਕੀਤਾ ਗਿਆ, ਤਾਂ ਉਹਨਾਂ ਨੇ ਉਸ ਵਿਰੋਧ ਨੂੰ ਵੀ ਮੰਨਦਿਆਂ ਜਿਹੜਾ ਹੈਗਾ ਮੇਰੀ ਸਰਕਾਰ ਸ਼ਬਦ ਵਰਤਣ ਦੀ ਹਾਮੀ ਵੀ ਭਰੀ ਹੈਗੀ ਹੈ। ਪਰ ਵੱਡੀ ਗੱਲ ਇਹ ਆਉਂਦੀ ਹੈ ਵੀ ਕਿ ਇਹ ਵਿਧਾਨ ਸਭਾ ਸੈਸ਼ਨ 'ਚ ਜਿਹੜਾ ਰਾਜਪਾਲ ਦਾ ਭਾਸ਼ਣ ਹੈ, ਉਹ ਜਿਹੜਾ ਪੰਜਾਬ ਕੈਬਨਿਟ ਵੱਲੋਂ ਅਪਰੂਵ ਕੀਤਾ ਹੋਇਆ ਭਾਸ਼ਣ ਹੁੰਦਾ ਹੈ ਵੀ ਕਿ ਕੈਬਨਿਟ ਉਸ ਨੂੰ ਮਨਜ਼ੂਰ ਕਰਕੇ ਭੇਜਦੀ ਹੈ, ਤਾਂ ਨੈਤਿਕ ਤੌਰ ਤੇ ਜਿਹੜਾ ਇਹ ਜ਼ਿੰਮੇਵਾਰੀ ਬਣਦੀ ਹੈ ਰਾਜਪਾਲ ਦੀ ਵੀ ਕਿ ਉਹ ਕੈਬਨਿਟ ਵੱਲੋਂ ਅਪਰੂਵ ਕੀਤਾ ਹੋਇਆ ਭਾਸ਼ਣ ਹੈ ਉਹ ਪੜ੍ਹਨਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਕਿ ਉਹ ਪੜ੍ਹਨ, ਕਿਉਂਕਿ ਇਹ ਜਿਹੜਾ ਹੈਗਾ ਇੱਕ ਆਪਾਂ ਕਹਿ ਸਕਦੇ ਹਾਂ ਵੀ ਕਿ ਸਰਕਾਰ ਵੱਲੋਂ ਸਰਕਾਰੀ ਦਸਤਾਵੇਜ਼ ਦੇ ਤੌਰ ਤੇ ਜਿਹੜਾ ਹੈਗਾ ਆਪਣੀ ਪ੍ਰਾਪਤੀਆਂ ਨੂੰ ਇੱਕ ਤਿਆਰ ਕਰਕੇ ਭੇਜਿਆ ਜਾਂਦਾ, ਨਾ ਕਿ ਕੋਈ ਪਾਰਟੀ ਦੀ ਨਿੱਜੀ ਜਿਹੜੀ ਹੈਗੀ ਹੈ ਕੋਈ ਰਾਏ ਭੇਜੀ ਜਾਂਦੀ ਹੈ, ਨਿੱਜੀ ਦਸਤਾਵੇਜ਼ ਬਣਾ ਕੇ ਨਹੀਂ ਭੇਜਿਆ ਜਾਂਦਾ। ਇਸ ਲਈ ਜਿਹੜਾ ਹੈਗਾ ਇੱਕ ਚਾਹੇ ਕਿਸੇ ਵੀ ਰਾਜਨੀਤਿਕ ਧਿਰ ਦੀ ਸਰਕਾਰ ਹੋਵੇ, ਉਹ ਬਤੌਰ ਸਰਕਾਰ ਇੱਕ ਭਾਸ਼ਣ ਤਿਆਰ ਕਰਕੇ ਭੇਜਦੀ ਹੈ, ਜੋ ਕਿ ਪੜ੍ਹਨਾ ਰਾਜਪਾਲ ਦੀ ਜਿਹੜੀ ਹੈਗੀ ਹੈ ਮੁੱਖ ਜ਼ਿੰਮੇਵਾਰੀ ਬਣ ਜਾਂਦੀ ਹੈ ਅਤੇ ਉਹਨਾਂ ਨੂੰ ਪੜ੍ਹਨਾ ਵੀ ਚਾਹੀਦਾ ਹੈ। ਪਰ ਇਸ ਦੇ ਨਾਲ ਹੀ ਜਿਹੜਾ ਹੈਗਾ ਇੱਕ ਹੋਰ ਚੀਜ਼ ਆਉਂਦੀ ਹੈ ਵੀ ਕਿ ਇਹ ਜਿਹੜਾ ਭਾਸ਼ਣ ਵਿਧਾਨ ਸਭਾ ਵੱਲੋਂ ਮਨਜ਼ੂਰ ਕੀਤਾ ਹੋਇਆ ਉਹ ਪੜ੍ਹਨਾ ਰਾਜਪਾਲ ਦੀ ਜ਼ਿੰਮੇਵਾਰੀ ਜ਼ਰੂਰ ਹੁੰਦੀ ਹੈ, ਪਰ ਜੇਕਰ ਉਹ ਭਾਸ਼ਣ ਦੇ ਨਾਲ ਨਾਲ ਕੋਈ ਵੀ ਜਿਹੜਾ ਹੈਗਾ ਵਿਧਾਨ ਸਭਾ ਨੂੰ ਸੰਦੇਸ਼ ਵੀ ਭੇਜ ਸਕਦੇ ਨੇ, ਕੋਈ ਸੰਦੇਸ਼ ਉੱਥੇ ਦੇ ਵੀ ਸਕਦੇ ਨੇ, ਇਹ ਉਹਨਾਂ ਕੋਲ ਅਧਿਕਾਰ ਹੁੰਦੇ ਨੇ ਰਾਜਪਾਲ ਕੋਲ, ਜੋ ਕਿ ਉਹਨਾਂ ਨੇ ਕੀਤਾ ਵੀ ਹੈ ਵੀ ਕਿ ਸਾਰਾ ਭਾਸ਼ਣ ਜਿਹੜਾ ਹੈਗਾ ਉਹ ਪੜ੍ਹਦੇ ਰਹੇ ਨੇ ਅਤੇ ਅਖੀਰ 'ਚ ਉਹਨਾਂ ਨੇ ਵਿਧਾਨ ਸਭਾ ਨੂੰ ਇੱਕ ਨਸੀਹਤ ਦਿੱਤੀ ਹੈ ਅਤੇ ਉਹ ਨਸੀਹਤ 'ਤੇ ਵੀ ਜਿਹੜਾ ਹੈਗਾ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਪਰ ਇੱਕ ਗੱਲ ਸਪਸ਼ਟ ਹੈ ਵੀ ਕਿ ਇਹ ਨਸੀਹਤ ਦੇਣ ਲਈ ਜਾਂ ਕੋਈ ਵੀ ਸੰਦੇਸ਼ ਦੇਣ ਲਈ ਜਿਹੜਾ ਹੈਗਾ ਸੰਵਿਧਾਨ ਦੀ ਧਾਰਾ 175/2 ਵਿੱਚ ਜਿਹੜਾ ਹੈਗਾ ਰਾਜਪਾਲ ਕੋਲ ਅਧਿਕਾਰ ਹੁੰਦੇ ਨੇ ਵੀ ਕਿ ਉਹ ਜਿਹੜਾ ਹੈਗਾ ਬਜਟ ਕੋਈ ਵੀ ਆਪਣੀ ਪੰਜਾਬ ਕੈਬਨਿਟ ਵੱਲੋਂ ਮਨਜ਼ੂਰ ਕੀਤੀ ਸਪੀਚ ਵਿੱਚ ਤਾਂ ਬਦਲਾਅ ਨਹੀਂ ਕਰ ਸਕਦੇ, ਪਰ ਸਪੀਚ ਤੋਂ ਬਾਅਦ ਜਿਹੜਾ ਹੈਗਾ ਕੋਈ ਸੰਦੇਸ਼ ਜ਼ਰੂਰ ਦੇ ਸਕਦੇ ਨੇ, ਜਿਵੇਂ ਕਿ ਉਹਨਾਂ ਨੇ ਇਸ ਜਿਹੜਾ ਹੈਗਾ ਆਪਣੇ ਸਪੀਚ ਤੋਂ ਬਾਅਦ ਵੀ ਦਿੱਤਾ ਹੈ। ਉਹਨਾਂ ਨੇ ਇੱਕ ਨਸੀਹਤ ਦਿੱਤੀ ਹੈ, ਪਰ ਨਸੀਹਤ 'ਤੇ ਆਉਣ ਤੋਂ ਪਹਿਲਾਂ ਜੇ ਦੇਖੀਏ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਾਵੇਂ ਵਿਧਾਨ ਸਭਾ 'ਚ ਇੱਕ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਉਹਨਾਂ ਨੇ ਸਪਸ਼ਟ ਤੌਰ 'ਤੇ ਜਿਹੜਾ ਹੈਗਾ ਰਾਜਪਾਲ ਨੂੰ ਟੋਕਿਆ ਹੋਵੇ, ਪਰ ਗੱਲ ਇਹ ਆਉਂਦੀ ਹੈ ਵੀ ਕਿ ਜਿਹੜਾ ਉੱਥੇ ਇਸ ਤਰ੍ਹਾਂ ਦਾ ਇੱਕ ਬੇਲੋੜਾ ਵਿਵਾਦ ਖੜਾ ਕਰਨ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਸੀਗੀ, ਕਿਉਂਕਿ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਉਹਨਾਂ ਦੇ ਭਾਸ਼ਣ 'ਤੇ ਬਹਿਸ ਲਈ ਇੱਕ ਵਿਸ਼ੇਸ਼ ਤੌਰ 'ਤੇ ਸੈਸ਼ਨ ਸੱਦਿਆ ਜਾਂਦਾ ਹੈ। ਉਹਨਾਂ ਨੂੰ ਚਾਹੀਦਾ ਸੀਗਾ ਵੀ ਕਿ ਇਹ ਗੱਲਾਂ ਜਿਹੜੀਆਂ ਉਸ ਬਹਿਸ 'ਚ ਚੁੱਕੀਆਂ ਜਾਂਦੀਆਂ, ਉੱਥੇ ਗੱਲ ਕੀਤੀ ਜਾਂਦੀ ਤਾਂ ਇਹ ਸੰਭਵ ਹੋ ਸਕਦਾ ਸੀਗਾ, ਪਰ ਜਿਹੜਾ ਵਿਰੋਧੀ ਧਿਰ ਦੇ ਆਗੂ ਨੇ ਉੱਥੇ ਚੁੱਕ ਕੇ ਜਿਹੜਾ ਹੈਗਾ ਬੇਲੋੜਾ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਜੇ ਇਸ ਦੇ ਨਾਲ ਹੀ ਹੁਣ ਤੱਕ ਜੋ ਸਾਡੇ ਸਿਆਸੀ ਮਾਹਰ ਕਹਿ ਰਹੇ ਨੇ ਵੀ ਕਿ ਉਹਨਾਂ ਨੇ ਰਾਜਪਾਲ ਨੂੰ ਕਹਿ ਕੇ ਇਹ ਮੇਰੀ ਸਰਕਾਰ ਤੋਂ ਸਰਕਾਰ ਸ਼ਬਦ 'ਤੇ ਬੁਲਵਾਉਣ ਦੀ ਤਾਂ ਕੋਸ਼ਿਸ਼ ਕੀਤੀ, ਪਰ ਜੋ ਪੰਜਾਬ ਦੇ ਅਸਲ ਮੁੱਦੇ ਸੀਗੇ, ਜਿਵੇਂ ਕਿ ਸਰਕਾਰ ਵੱਲੋਂ ਆਪਣੀ ਪ੍ਰਾਪਤੀਆਂ 'ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬੜਾ ਉਭਾਰਨ ਦੀ ਕੋਸ਼ਿਸ਼ ਕੀਤੀ ਗਈ, ਉਸੇ ਸਮੇਂ ਉਹ ਚਾਹੁੰਦੇ ਤਾਂ ਇਸ ਦਾ ਵਿਰੋਧ ਜ਼ਰੂਰ ਕਰ ਸਕਦੇ ਵੀ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ, ਇਸ 'ਤੇ ਉੱਥੇ ਸਵਾਲ ਚੁੱਕ ਸਕਦੇ ਸੀ, ਪਰ ਵਿਰੋਧੀ ਧਿਰ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਤਾਂ ਜਿਹੜਾ ਹੈਗਾ ਵੀ ਕਿ ਪਰ ਜਿਹੜਾ ਵਿਰੋਧੀ ਧਿਰ ਵੱਲੋਂ ਇਹ ਬੇਲੋੜਾ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਪਰ ਇਸ ਦੇ ਨਾਲ ਹੀ ਜਿਹੜਾ ਹੈਗਾ ਇੱਕ ਹੋਰ ਚੀਜ਼ ਨਿਕਲ ਕੇ ਆਈ ਹੈ ਵੀ ਕਿ ਰਾਜਪਾਲ ਵੱਲੋਂ ਆਪਣੇ ਭਾਸ਼ਣ 'ਚ ਪਹਿਲੀ ਵਾਰ ਜਿਹੜਾ ਹੈਗਾ ਦੇਖਣ ਨੂੰ ਮਿਲਿਆ, ਪਹਿਲਾਂ ਵੀ ਅਕਸਰ ਇੱਕ ਚੀਜ਼ ਹੁੰਦੀ ਹੈ ਵੀ ਕਿ ਜੋ ਪੰਜਾਬ ਸਰਕਾਰ ਜਾਂ ਕੋਈ ਵੀ ਕੈਬਨਿਟ ਹੈ ਇੱਕ ਭਾਸ਼ਣ ਅਪਰੂਵ ਕਰਕੇ ਭੇਜ ਦਿੰਦੀ ਹੈ, ਰਾਜਪਾਲ ਉਸ ਨੂੰ ਕੰਟੀਨਿਊਸ ਪੜ੍ਹਦੇ ਰਹਿੰਦੇ ਨੇ, ਉਹ ਸਮਾਪਤ ਕਰਦੇ ਨੇ ਅਤੇ ਉਸ ਤੋਂ ਬਾਅਦ ਕੁਝ ਹੋਰ ਕਹਾ ਸੁਣੀ ਹੁੰਦੀ ਹੈ। ਪਰ ਇਸ ਵਾਰ ਜਿਹੜਾ ਹੈਗਾ ਕਈ ਵਾਰੀ ਰਾਜਪਾਲ ਜਿਹੜੇ ਨੇ ਭਾਸ਼ਣ ਪੜ੍ਹਦੇ ਪੜ੍ਹਦੇ ਰੁਕੇ ਨੇ, ਉਹ ਕਹਿ ਰਹੇ ਨੇ ਵੀ ਕਿ ਸਿਆਸੀ ਮਾਹਰ ਮੰਨ ਰਹੇ ਨੇ ਵੀ ਕਿ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ, ਪਰ ਹੁਣ ਅਸਲ ਕੀ ਹੈ ਇਹ ਤਾਂ ਇੱਕ ਚਰਚਾ ਦਾ ਵਿਸ਼ਾ ਕਿ ਉਹਨਾਂ ਨੂੰ ਭਾਸ਼ਣ ਪੜ੍ਹਦੇ ਪੜ੍ਹਦੇ ਜਿਹੜਾ ਹੈਗਾ ਰੁਕਣਾ ਚਾਹੀਦਾ ਸੀ, ਨਹੀਂ ਰੁਕਣਾ ਚਾਹੀਦਾ ਸੀ। ਉਹਨਾਂ ਨੇ 2-3 ਵਾਰ ਜਿਹੜਾ ਹੈਗਾ ਵਿੱਚ ਰੁਕ ਕੇ
ਜਿਹੜਾ ਹੈਗਾ ਸੰਬੋਧਨ ਕਰਨ ਨੂੰ ਜਿਹੜਾ ਹੈਗਾ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਭਾਸ਼ਣ ਤੋਂ ਬਾਅਦ ਰਾਜਪਾਲ ਨੇ ਇੱਕ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਜਿਹੜਾ ਸਾਰਿਆਂ ਨੂੰ ਹੀ ਕਿਹਾ ਵੀ ਕਿ ਸਭ ਨੂੰ ਜਿਹੜਾ ਹੈਗਾ ਇੱਕ ਵੱਡੇ ਹੋ ਕੇ ਵਡਿਆਈ ਦਿਖਾਉਣੀ ਚਾਹੀਦੀ ਹੈ। ਛੋਟੀ ਛੋਟੀ ਗੱਲਾਂ 'ਤੇ ਬਹਿਸਬਾਜ਼ੀ ਕਰਨ ਤੋਂ ਜਾਂ ਛੋਟੀ ਸੋਚ ਨਾਲ ਕੰਮ ਕਰਨ ਤੋਂ ਵਿਸ਼ਵਾਸ ਨਹੀਂ ਦਿਖਾਉਣਾ ਚਾਹੀਦਾ। ਸਭ ਨੂੰ ਵੱਡੇ ਹੋ ਕੇ ਕੰਮ ਕਰਨਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਨੇ ਪਾਰਦਰਸ਼ਤਾ ਰੱਖਣ ਲਈ ਜਿਹੜਾ ਹੈਗਾ ਇੱਕ ਸਭ ਨੂੰ ਸੱਦਾ ਦਿੱਤਾ ਵੀ ਕਿ ਚਾਹੇ ਪ੍ਰਸ਼ਾਸਨਿਕ ਕੰਮ ਹੋਵੇ ਚਾਹੇ ਨਿੱਜੀ ਖੇਤਰ ਹੋਣ, ਸਭ ਨੂੰ ਪਾਰਦਰਸ਼ਤਾ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰਾਜਪਾਲ ਨੇ ਇੱਕ ਗੱਲ ਹੋਰ ਕਹੀ ਹੈ ਵੀ ਕਿ ਇਸ ਤਰ੍ਹਾਂ ਦੇ ਸੈਸ਼ਨਾਂ ਵਿੱਚ ਬੇਲੋੜੇ ਵਿਵਾਦ ਖੜੇ ਕਰਕੇ ਜਿਹੜਾ ਹੈਗਾ ਸਮਾਂ ਬਰਬਾਦ ਕਰਨ ਦੀ ਥਾਂ 'ਤੇ ਸਾਨੂੰ ਚਾਹੀਦਾ ਵੀ ਕਿ ਇੱਥੇ ਅਸੀਂ ਸਾਰੇ ਇਕੱਠੇ ਹੋਏ ਹਾਂ ਅਤੇ ਲੋਕਾਂ ਦੇ ਮੁੱਦਿਆਂ ਨੂੰ ਚੁੱਕੀਏ, ਲੋਕਾਂ ਦੇ ਮਸਲਿਆਂ ਨੂੰ ਇੱਥੇ ਉਭਾਰੀਏ ਤਾਂ ਜੋ ਸੂਬੇ ਦੇ ਲੋਕਾਂ ਦਾ ਵਿਕਾਸ ਕੀਤਾ ਜਾ ਸਕੇ, ਉੱਥੇ ਦੇ ਹੋਰ ਨਵੇਂ ਜਿਹੜੇ ਨੇ ਫੈਸਲੇ ਲੋਕਾਂ ਦੇ ਹਿੱਤ 'ਚ ਲਏ ਜਾ ਸਕਣ। ਇਹ ਨਸੀਹਤ ਜਿਹੜੀ ਹੈਗੀ ਹੈ ਰਾਜਪਾਲ ਵੱਲੋਂ ਦਿੱਤੀ ਗਈ ਹੈ। ਪਰ ਰਾਜਪਾਲ ਦੀ ਇਸ ਨਸੀਹਤ ਨੂੰ ਰਾਜਨੀਤਿਕ ਮਾਹਰ ਕਿਵੇਂ ਲੈਂਦੇ ਨੇ, ਸਿਆਸੀ ਧਿਰਾਂ ਕਿਵੇਂ ਲੈਂਦੇ ਨੇ, ਉਹ ਤਾਂ ਇੱਕ ਦੇਖਣ ਵਾਲਾ ਸਮਾਂ ਵਿਸ਼ਾ ਰਿਹਾ ਵੀ ਕਿ ਉਸ ਨੂੰ ਵਿਚਾਰਨ ਵਾਲੀ ਗੱਲ ਹੈ ਕਿਵੇਂ ਵਿਚਾਰਿਆ ਜਾਵੇਗਾ। ਪਰ ਰਾਜਪਾਲ ਨੇ ਇਹ ਜਿਹੜਾ ਸੰਦੇਸ਼ ਬਹੁਤ ਵਧੀਆ ਵੀ ਦਿੱਤਾ, ਇਸ ਨੂੰ ਸਾਰਿਆਂ ਨੂੰ ਮੰਨਣਾ ਵੀ ਚਾਹੀਦਾ। ਪਰ ਦੋਸਤੋ ਇੱਥੇ ਇੱਕ ਗੱਲ ਨਵੀਂ ਨਿਕਲ ਕੇ ਆਉਂਦੀ ਹੈ, ਚਾਹੇ ਉਹ ਪਿਛਲੇ ਸਮੇਂ ਦੇ ਵਿੱਚ ਆਪਾਂ ਹੋਰਨਾਂ ਸੂਬਿਆਂ ਦੇ ਵਿੱਚ ਨਜ਼ਰ ਮਾਰੀਏ ਜਾਂ ਹੋਰ ਵੀ ਕੁਝ ਕਰੀਏ ਤਾਂ ਅਕਸਰ ਇੱਕ ਚੀਜ਼ ਦੇਖਦੇ ਹਾਂ ਵੀ ਕਿ ਰਾਜਪਾਲ ਅਤੇ ਸੂਬਾ ਸਰਕਾਰਾਂ ਆਮੋ ਸਾਹਮਣੇ ਖੜੀਆਂ ਦਿਖਾਈ ਦਿੰਦੀਆਂ ਨੇ। ਅਤੇ ਇਹੋ ਜਿਹਾ ਕੁਛ ਸਮੇਂ-ਸਮੇਂ 'ਤੇ ਵਿਧਾਨ ਸਭਾ ਸੈਸ਼ਨਾਂ 'ਚ ਵੀ ਦੇਖਣ ਨੂੰ ਮਿਲਦਾ। ਚਾਹੇ ਉਹ ਹੁਣੀ ਲੇਟੈਸਟ ਗੱਲ ਕਰੀਏ ਤਾਂ ਤਮਿਲਨਾਡੂ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਰਾਜਪਾਲ ਨੇ ਉੱਥੇ ਦੀ ਸੂਬਾ ਸਰਕਾਰ ਵੱਲੋਂ ਜਿਹੜਾ ਪਾਸ ਕੀਤਾ ਹੋਇਆ ਭਾਸ਼ਣ ਹੈ ਉਹ ਭਾਸ਼ਣ ਪੂਰਾ ਨਹੀਂ ਪੜ੍ਹਿਆ, ਉਸ 'ਚੋਂ ਕੁਝ ਪੈਰੇ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਵਾਕਆਊਟ ਹੁੰਦਾ, ਵਾਕਆਊਟ ਨੂੰ ਦੇਖ ਕੇ ਉਹ ਜਿਹੜਾ ਹੈਗਾ ਸੈਸ਼ਨ ਛੱਡ ਕੇ ਚਲੇ ਜਾਂਦੇ ਨੇ ਵੀ ਕਿ ਇਹੋ ਜਿਹਾ ਵਿਵਾਦ ਤਮਿਲਨਾਡੂ 'ਚ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਵੈਸਟ ਬੰਗਾਲ 'ਚ ਵੀ ਸਮੇਂ-ਸਮੇਂ 'ਤੇ ਕਈ ਵਾਰ ਇਸ ਤਰ੍ਹਾਂ ਦੇ ਤਲਖੀ ਭਰੇ ਵਿਵਾਦ ਜਿਹੜੇ ਨੇ ਦੇਖਣ ਨੂੰ ਮਿਲੇ ਨੇ। ਅਤੇ ਕੇਰਲ ਦੇ ਵਿੱਚ ਗੱਲ ਕਰੀਏ ਤਾਂ ਖੱਬੇ ਪੱਖੀਆਂ ਦੀ ਜਦੋਂ ਸਰਕਾਰ ਸੀ ਤਾਂ ਉਸ ਸਮੇਂ ਵੀ ਜਿਹੜਾ ਹੈਗਾ 1957-58 ਦੇ ਸਮੇਂ ਦੀ ਗੱਲਾਂ ਕਰੀਏ ਤਾਂ ਉਸ ਸਮੇਂ ਵੀ ਇਹ ਟਕਰਾਅ ਜਿਹੜੇ ਨੇ ਦੇਖਣ ਨੂੰ ਮਿਲੇ ਨੇ। ਤਾਂ ਇਹੋ ਜਿਹੇ ਟਕਰਾਅ ਜਿਹੜੇ ਨੇ ਅਕਸਰ ਦੇਖੇ ਤਾਂ ਜਾਂਦੇ ਨੇ, ਚੱਲਦੇ ਵੀ ਨੇ, ਪਰ ਦੇਖੀਏ ਤਾਂ ਇਸ ਦਾ ਕੋਈ ਵੱਡਾ ਕੋਈ ਰਿਜ਼ਲਟ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਇਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ, ਚਾਹੇ ਉਹ ਵਿਧਾਨ ਸਭਾ ਦਾ ਸੈਸ਼ਨ ਹੋਵੇ, ਚਾਹੇ ਵੈਸੇ ਜਿਹੜਾ ਹੈਗਾ ਉਂਝ ਇਸ ਤਰ੍ਹਾਂ ਦਾ ਵਿਵਾਦ ਹੋਵੇ, ਤਾਂ ਇਸ ਨਾਲ ਜਿਹੜਾ ਹੈਗਾ ਸਮੇਂ ਦੀ ਬਰਬਾਦੀ ਹੁੰਦੀ ਹੈ। ਲੋੜ ਇਹ ਹੁੰਦੀ ਹੈ ਵੀ ਕਿ ਚਾਹੇ ਵਿਰੋਧੀ ਧਿਰ ਹੈ, ਚਾਹੇ ਸੱਤਾਧਾਰੀ ਧਿਰ ਹੈ, ਚਾਹੇ ਰਾਜਪਾਲ ਨੇ ਵੀ ਕਿ ਉਹ ਆਪਸ 'ਚ ਰਲ ਕੇ ਮਿਲ ਕੇ ਇੱਕ ਰਾਏ ਨਾਲ ਕੰਮ ਕਰਨ, ਕਿਉਂਕਿ ਵਿਧਾਨ ਸਭਾ ਦੇ ਸੈਸ਼ਨਾਂ ਦਾ ਸਮਾਂ ਪਹਿਲਾਂ ਹੀ ਬਹੁਤ ਥੋੜ੍ਹਾ ਹੁੰਦਾ ਜਾਂਦਾ ਹੈ। ਵੀ ਕੋਈ ਸਮਾਂ ਸੀ ਸਾਲ 'ਚ 100 ਦਿਨ ਵਿਧਾਨ ਸਭਾ ਦੇ ਸੈਸ਼ਨ ਚੱਲਦੇ ਸੀ, 100 ਦਿਨ ਤੋਂ ਉੱਪਰ ਚੱਲਦੇ ਸੀ। ਪਰ ਜੇ ਹੁਣ ਗੱਲ ਕਰੀਏ ਤਾਂ ਹੁਣ ਸੈਸ਼ਨ ਬਹੁਤ ਥੋੜ੍ਹੇ ਰਹਿ ਚੁੱਕੇ ਨੇ। ਪਹਿਲਾਂ ਹੀ ਦਿਨ ਸਾਲ ਦੇ ਵਿੱਚ ਜਿਹੜਾ ਹੈਗਾ ਗਿਣ ਕੇ 3 ਤੋਂ 4 ਵਾਰ ਸੈਸ਼ਨ ਸੱਦਿਆ ਜਾਂਦਾ, ਉਹਦੇ ਵਿੱਚੋਂ ਵੀ ਸੈਸ਼ਨ 3-4 ਦਿਨਾਂ ਦਾ ਹੁੰਦਾ, ਇਸ ਤੋਂ ਵੱਧ ਨਹੀਂ ਹੁੰਦਾ। ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਭਾਵੇਂ ਇਹ 3 ਮਾਰਚ ਤੋਂ 24 ਮਾਰਚ ਤੱਕ ਸੈਸ਼ਨ ਸੱਦਿਆ ਗਿਆ, ਪਰ ਜੇ ਇਸ 'ਚ ਦੇਖੀਏ ਤਾਂ ਸੈਸ਼ਨ 'ਤੇ ਨਜ਼ਰ ਮਾਰੀਏ ਤਾਂ ਸੀਟਿੰਗਾਂ ਸਾਰੀਆਂ ਇਹ 21 ਦਿਨਾਂ ਦਾ ਸੈਸ਼ਨ ਬਣਦਾ, 21 ਦਿਨਾਂ ਵਿੱਚ ਸੀਟਿੰਗਾਂ 12-13 ਹੀ ਬਣ ਰਹੀਆਂ ਵੀ ਕਿ ਜੋ ਕਿ ਉੱਥੇ ਹੋਣਗੀਆਂ ਵੀ ਕਿ ਇਸ ਕਰਕੇ ਉੱਥੇ ਸਮਾਂ ਪਹਿਲਾਂ ਹੀ ਵਿਧਾਨ ਸਭਾ 'ਚ ਬਹੁਤ ਥੋੜ੍ਹਾ ਹੁੰਦਾ। ਇਸ ਲਈ ਲੋੜ ਇਹੀ ਹੈ ਵੀ ਕਿ ਵਿਰੋਧੀ ਧਿਰਾਂ ਨੂੰ ਚਾਹੀਦਾ ਵੀ ਕਿ ਚਾਹੇ ਉਹ ਹੁਣ ਚਾਹੇ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਹੋਵੇ ਉੱਥੇ ਮੁੱਦੇ ਚੁੱਕਣ, ਉਸ ਤੋਂ ਇਲਾਵਾ ਪ੍ਰਸ਼ਨ ਕਾਲ 'ਚ ਆਪਣੇ ਮੁੱਦੇ ਚੁੱਕਣ। 0R ਹੁੰਦਾ ਵਿਧਾਨ ਸਭਾ ਦੇ ਵਿੱਚ, ਉੱਥੇ ਜਿਹੜਾ ਹੈਗਾ ਲੋਕਾਂ ਦੀ ਸਮੱਸਿਆਵਾਂ ਨੂੰ ਉਭਾਰਨ ਤਾਂ ਜੋ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਹੋ ਸਕਣ, ਲੋਕਾਂ ਦੀ ਭਲਾਈ ਲਈ ਫੈਸਲੇ ਲਏ ਜਾ ਸਕਣ। ਇਹ ਸਭ ਜਿਹੜਾ ਹੈਗਾ ਸਾਡੀਆਂ ਸਰਕਾਰਾਂ ਨੂੰ, ਸਾਡੀ ਰਾਜਨੀਤਿਕ ਪਾਰਟੀਆਂ ਨੂੰ ਕਰਨਾ ਚਾਹੀਦਾ। ਪਰ ਉਹ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਆਪਣੀ ਰਾਜਨੀਤਿਕ ਚਮਕਾਉਣ ਲਈ ਕਹਿ ਲਈਏ ਜਾਂ ਰਾਜਨੀਤਿਕ ਲਾਹਾ ਲੈਣ ਲਈ ਕਹਿ ਲਈਏ, ਸਮੇਂ ਦੀ ਬਰਬਾਦੀ ਬਹੁਤ ਕਰਦੀਆਂ ਨੇ ਵੀ ਕਿ ਅਕਸਰ ਬੇਲੋੜੀਆਂ ਚੀਜ਼ਾਂ 'ਤੇ ਵਿਵਾਦ ਖੜੇ ਕਰਦੀਆਂ ਨੇ। ਇਸ ਲਈ ਲੋੜ ਹੈ ਸਾਡੀਆਂ ਸੂਬਾ ਸਰਕਾਰ ਨੂੰ ਵੀ, ਰਾਜਪਾਲ ਨੂੰ ਵੀ ਕਿ ਜਿੱਥੇ ਉਹ ਆਪਸ ਦੇ ਵਿੱਚ ਇਕੱਠੇ ਹੋ ਕੇ ਲੋਕਾਂ ਦੇ ਹਿੱਤ 'ਚ ਕੰਮ ਕਰਨ, ਲੋਕਾਂ ਦੇ ਪੱਖ 'ਚ ਫੈਸਲੇ ਲੈਣ, ਉੱਥੇ ਹੀ ਵਿਰੋਧੀ ਧਿਰ ਨੂੰ ਚਾਹੀਦਾ ਹੈ ਵੀ ਕਿ ਉਹ ਬੇਲੋੜਾ ਵਿਵਾਦ ਕਰਨ ਦੀ ਥਾਂ 'ਤੇ ਜਿਹੜਾ ਹੈਗਾ ਉੱਥੇ ਲੋਕਾਂ ਦੇ ਮੁੱਦਿਆਂ ਨੂੰ ਉਭਾਰਨ। ਚਾਹੇ ਉਹ ਮੁੱਦਾ ਲਾਅ ਐਂਡ ਆਰਡਰ ਦਾ ਹੋਵੇ, ਚਾਹੇ ਸਿੱਖਿਆ ਦਾ ਹੋਵੇ, ਸਿਹਤ ਦਾ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਮਹਿੰਗਾਈ ਦਾ ਹੋਵੇ, ਇਹਨਾਂ ਸਾਰੇ ਮਸਲਿਆਂ ਨੂੰ ਜਿਹੜਾ ਹੈਗਾ ਉਹ ਵਿਧਾਨ ਸਭਾ 'ਚ ਚੁੱਕਣ ਤਾਂ ਜੋ ਸਰਕਾਰ ਨੂੰ ਲੋਕਾਂ ਦੇ ਹਿੱਤ ਦੇ ਵਿੱਚ, ਲੋਕਾਂ ਦੇ ਪੱਖ 'ਚ ਕੋਈ ਨਾ ਕੋਈ ਵੱਡਾ ਫੈਸਲਾ ਜ਼ਰੂਰ ਲੈਣਾ ਪਵੇ ਜਿਸ ਦਾ ਸਾਡੇ ਸੂਬੇ ਦੇ 3 ਕਰੋੜ ਲੋਕਾਂ ਨੂੰ ਲਾਭ ਮਿਲ ਸਕੇ। ਪਰ ਦੇਖਣਾ ਇਹੀ ਹੋਵੇਗਾ, ਹਾਲੇ ਤਾਂ 1 ਦਿਨ ਬੀਤਿਆ ਸੈਸ਼ਨ ਦਾ, ਇਸ ਤੋਂ ਬਾਅਦ ਹਾਲੇ ਬਹਿਸ ਵੀ ਹੋਣੀ ਹੈ। ਬਹਿਸ 'ਚ ਕੀ ਨਿਕਲ ਕੇ ਆਉਂਦਾ, ਫਿਰ ਬਜਟ ਵੀ 10 ਮਾਰਚ ਨੂੰ ਪੇਸ਼ ਕੀਤਾ ਜਾਣਾ, ਉਸ ਬਜਟ 'ਚੋਂ ਕੀ ਨਿਕਲ ਕੇ ਆਵੇਗਾ, ਕਿਸ ਤਰ੍ਹਾਂ ਦਾ ਬਜਟ ਹੋਵੇਗਾ, ਇਹ ਸਾਰੀਆਂ ਚੀਜ਼ਾਂ ਚਰਚਾ ਦਾ ਵਿਸ਼ਾ ਰਹੀਆਂ। ਜਿਹੜਾ ਹੈਗਾ
ਬਣੀ ਰਹਿਣਗੀਆਂ, ਪਰ ਪੰਜਾਬੀ ਟ੍ਰਿਬਿਊਨ ਵੱਲੋਂ ਇਹਨਾਂ ਚਰਚਾਵਾਂ ਨੂੰ ਸਮੇਂ-ਸਮੇਂ ਤੇ ਤੁਹਾਡੇ ਅੱਗੇ ਪਹੁੰਚਾਇਆ ਜਾਵੇਗਾ। ਤੁਹਾਡੇ ਅੱਗੇ ਜਿਹੜਾ ਇਸ ਬਾਰੇ ਮੰਥਨ ਕੀਤਾ ਜਾਵੇਗਾ, ਤੇ ਕੱਲ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ। ਪ੍ਰੋਗਰਾਮ ਵੇਲੇ